वेलकम एवरीवन टू दिस वीडियो। ਅੱਜ ਦਾ ਜੋ ਆਪਣਾ ਟੌਪਿਕ ਹੈ ਉਹ ਸਬਸਿਡਰੀ ਬੁੱਕਸ ਦਾ ਹੈ। ਸੋ ਲੈਟਸ ਸਟਾਰਟ ਵਿਦ ਆ ਟੌਪਿਕ। ਸਬਸਿਡਰੀ ਬੁੱਕਸ ਉਹ ਬੁੱਕਸ ਹੁੰਦੀਆਂ ਜਿਸ ਦੇ ਵਿੱਚ ਆਪਣੀ ਜਿਹੜੀ ਵੀ ਟ੍ਰਾਂਜੈਕਸ਼ਨ ਹੁੰਦੀ ਹੈ ਉਹਦੀ ਜਿਹੜੀ ਫਸਟ ਐਂਟਰੀ ਆ ਓਰੀਜਨਲ ਐਂਟਰੀ ਨੂੰ ਜਦੋਂ ਆਪਾਂ ਰਿਕਾਰਡ ਕਰਦੇ ਹਾਂ ਦੈਟ ਇਜ਼ ਸਬਸਿਡਰੀ ਬੁੱਕਸ, ਜਾਂ ਫਿਰ ਆਪਾਂ ਇਸ ਚੀਜ਼ ਨੂੰ ਪ੍ਰਾਇਮਰੀ ਰਿਕਾਰਡਸ ਵੀ ਕਹਿ ਦਿੰਦੇ ਹਾਂ। ਜਿਹੜੀ ਸਬਸਿਡਰੀ ਬੁੱਕਸ ਹੁੰਦੀਆਂ ਇਹਦੇ ਵਿੱਚ ਜਦੋਂ ਆਪਾਂ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰ ਦਿੰਦੇ ਹਾਂ ਉਸ ਤੋਂ ਬਾਅਦ ਫਿਰ ਉਹਦੇ ਡਿਫਰੈਂਟ ਅਕਾਊਂਟਸ ਦੇ ਵਿੱਚ ਉਹਨੂੰ ਪੋਸਟ ਕੀਤਾ ਜਾਂਦਾ ਹੈ। ਸੋ ਨੈਕਸਟ ਕੀ ਹੈ ਟਾਈਪਸ ਆਫ ਸਬਸਿਡਰੀ ਬੁੱਕਸ, ਜਿਹਦੇ ਵਿੱਚ ਆਉਂਦੇ ਆ ਪਰਚੇਜ਼ ਬੁੱਕ, ਸੇਲਸ ਬੁੱਕ, ਕੈਸ਼ ਬੁੱਕ, ਪਰਚੇਜ਼ ਰਿਟਰਨ ਬੁੱਕ, ਸੇਲਸ ਰਿਟਰਨ ਬੁੱਕ, ਬਿਲਸ ਰਿਸੀਵੇਬਲ ਬੁੱਕ ਅਤੇ ਬਿਲਸ ਪੇਬਲ ਬੁੱਕ। ਸੋ ਫਸਟ ਹੈ ਆਪਣੀ ਪਰਚੇਜ਼ ਬੁੱਕ। ਪਰਚੇਜ਼ ਬੁੱਕ ਉਹ ਬੁੱਕ ਹੁੰਦੀ ਹੈ ਜਿਸ ਦੇ ਵਿੱਚ ਆਪਾਂ ਉਹ ਗੁਡਸ ਦੀ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਦੇ ਹਾਂ ਜੋ ਗੁਡਸ ਆਪਾਂ ਕ੍ਰੈਡਿਟ 'ਤੇ ਪਰਚੇਜ਼ ਕੀਤੀਆਂ ਹੋਣ, ਜਿਸ ਨੂੰ ਆਪਾਂ ਇਨਵਾਇਸ ਬੁੱਕ ਵੀ ਕਹਿ ਦਿੰਦੇ ਹਾਂ, ਅਬਾਰਟ ਬੁੱਕ ਵੀ ਕਹਿ ਦਿੰਦੇ ਹਾਂ, ਜਾਂ ਪਰਚੇਜ਼ ਜਰਨਲ ਵੀ ਕਹਿ ਦਿੰਦੇ ਹਾਂ। ਫਿਰ ਇਹ ਜ਼ਰੂਰੀ ਨਹੀਂ ਹੁੰਦਾ ਵੀ ਜੇ ਆਪਾਂ ਪਰਚੇਜ਼ ਬੁੱਕ ਦੇ ਵਿੱਚ ਜੇ ਐਂਟਰੀ ਉਹ ਰਿਕਾਰਡ ਕਰ ਲਈਏ ਤਾਂ ਉਹਨੂੰ ਜਰਨਲ ਬੁੱਕ 'ਚ ਵੀ ਰਿਕਾਰਡ ਕਰ ਲਈਏ। ਅਗਰ ਇੱਕ ਜਗ੍ਹਾ 'ਤੇ ਹੋ ਚੁੱਕੀ ਹੈ ਦੈਟ ਇਜ਼ ਓਕੇ। ਇਹ ਹੈ ਆਪਣਾ ਫਾਰਮੈਟ ਪਰਚੇਜ਼ ਬੁੱਕ ਦਾ, ਜਿਹਦੇ ਵਿੱਚ ਡੇਟ, ਪਰਟੀਕੂਲਰ, ਇਨਵਾਇਸ ਨੰਬਰ, ਲੈਜ਼ਰ ਫੋਲੀਓ ਅਤੇ ਅਮਾਊਂਟ। ਫਿਰ ਆਉਂਦੀ ਹੈ ਸੇਲਸ ਬੁੱਕ। ਸੇਲਸ ਬੁੱਕ ਉਹ ਬੁੱਕ ਹੁੰਦੀ ਹੈ ਜਿਹਦੇ ਵਿੱਚ ਆਪਾਂ ਉਹ ਵਾਲੀਆਂ ਟ੍ਰਾਂਜੈਕਸ਼ਨਸ ਰਿਕਾਰਡ ਕਰਦੇ ਹਾਂ ਜਿਹੜੀਆਂ ਆਪਾਂ ਗੁਡਸ ਸੇਲ ਕੀਤੀਆਂ ਕ੍ਰੈਡਿਟ 'ਤੇ, ਮਤਲਬ ਉਧਾਰ 'ਤੇ। ਜਦੋਂ ਆਪਾਂ ਸੇਲਸ ਬੁੱਕ ਜਿਹੜੀ ਰਿਕਾਰਡ ਕਰਦੇ ਹੈਗੇ ਉਹਦੇ ਵਿੱਚ ਜਿਹੜਾ ਆਊਟਵਰਡ ਇਨਵਾਇਸ ਬੁੱਕ ਹੁੰਦੀ ਹੈਗੀ ਹੈ ਉਹਦੇ ਵਿੱਚ ਜਿਹੜਾ ਆਪਾਂ ਇਨਵਾਇਸ ਦਾ ਨੰਬਰ ਵੀ ਰਿਕਾਰਡ ਕਰਦੇ ਹਾਂ ਜਿਹੜਾ ਆਪਾਂ ਕਸਟਮਰ ਨੂੰ ਦਿੱਤਾ ਹੁੰਦਾ। ਇਹ ਆਪਣਾ ਸੇਲਸ ਬੁੱਕ ਦਾ ਫਾਰਮੈਟ ਹੈ ਜਿਹਦੇ ਵਿੱਚ ਆਪਾਂ ਲਿਖਦੇ ਹਾਂ ਡੇਟ, ਪਰਟੀਕੂਲਰ, ਆਊਟਵਰਡ ਇਨਵਾਇਸ ਨੰਬਰ, ਲੈਜ਼ਰ ਫੋਲੀਓ ਅਤੇ ਅਮਾਊਂਟ। ਨੈਕਸਟ ਆਪਣਾ ਆਉਂਦਾ ਹੈ ਪਰਚੇਜ਼ ਰਿਟਰਨ ਬੁੱਕ। ਪਰਚੇਜ਼ ਰਿਟਰਨ ਬੁੱਕ ਦੇ ਵਿੱਚ ਉਹ ਵਾਲੀ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕੀਤਾ ਜਾਂਦਾ ਹੈ ਜਿਹੜੀ ਕਿ ਆਪਾਂ ਗੁਡਸ ਨੂੰ ਰਿਟਰਨ ਕਰਤਾ, ਵਾਪਸ ਭੇਜਤਾ ਉਹਦੇ ਸੈਲਰ ਕੋਲੇ। ਇਹਨੂੰ ਆਪਾਂ ਰਿਟਰਨ ਆਊਟਵਰਡ ਬੁੱਕ ਵੀ ਕਹਿ ਦਿੰਦੇ ਹਾਂ। ਜਦੋਂ ਆਪਾਂ ਗੁਡਸ ਰਿਟਰਨ ਕਰਦੇ ਹਾਂ ਅਤੇ ਇਹ ਜਦੋਂ ਰਿਟਰਨ ਹੁੰਦੇ ਆ ਗੁਡਸ ਉਦੋਂ ਜਿਹੜਾ ਬਾਇਰ ਹੁੰਦਾ ਉਹ ਇੱਕ ਡੈਬਿਟ ਨੋਟ ਵੀ ਪ੍ਰੀਪੇਅਰ ਕਰਕੇ ਦਿੰਦਾ ਹੁੰਦਾ। ਇਹ ਆਪਣਾ ਪਰਚੇਜ਼ ਰਿਟਰਨ ਬੁੱਕ ਦਾ ਫਾਰਮੈਟ ਹੈ। ਡੇਟ, ਪਰਟੀਕੂਲਰਸ, ਲੈਜ਼ਰ ਫੋਲੀਓ, ਡੈਬਿਟ ਨੋਟ ਦਾ ਨੰਬਰ ਆਉਂਦਾ ਇਹਦੇ ਵਿੱਚ ਅਤੇ ਅਮਾਊਂਟ ਆਉਂਦੀ ਹੈ। ਫਿਰ ਆਉਂਦੀ ਹੈ ਸੇਲਸ ਰਿਟਰਨ ਬੁੱਕ। ਸੇਲਸ ਰਿਟਰਨ ਬੁੱਕ ਉਹ ਬੁੱਕ ਜਿਸ ਦੇ ਵਿੱਚ ਆਪਾਂ ਟ੍ਰਾਂਜੈਕਸ਼ਨਸ ਉਹ ਵਾਲੀਆਂ ਰਿਕਾਰਡ ਕਰਾਂਗੇ ਜਿਹੜੀਆਂ ਗੁਡਸ ਹੈ ਵਾਪਸ ਕਰਤੀਆਂ ਜੋ ਕਿ ਆਪਾਂ ਕ੍ਰੈਡਿਟ 'ਤੇ ਸੇਲ ਕਰਤੀ ਸੀ, ਮਤਲਬ ਆਪਾਂ ਨੂੰ ਕਸਟਮਰ ਨੇ ਉਹ ਵਾਪਸ ਕਰਤੀਆਂ। ਆਲਸੋ ਨੋਨ ਐਜ਼ ਰਿਟਰਨ ਇਨਵਰਡ ਬੁੱਕ। ਜਦੋਂ ਆਪਾਂ ਸੇਲਸ ਰਿਟਰਨ ਬੁੱਕ ਪ੍ਰੀਪੇਅਰ ਕਰਦੇ ਹਾਂ ਉਦੋਂ ਇੱਕ ਕ੍ਰੈਡਿਟ ਨੋਟ ਪ੍ਰੀਪੇਅਰ ਕਰਕੇ ਦਿੰਦੇ ਹਾਂ। ਜਿਵੇਂ ਆਹ ਹੈਗਾ ਸੇਲਸ ਰਿਟਰਨ ਦਾ ਫਾਰਮੈਟ, ਡੇਟ, ਪਰਟੀਕੂਲਰ, ਲੈਜ਼ਰ ਫੋਲੀਓ, ਕ੍ਰੈਡਿਟ ਨੋਟ ਅਤੇ ਅਮਾਊਂਟ। ਇਹਦੇ ਵਿੱਚ ਬਿਲ ਰਿਸੀਵੇਬਲ ਬੁੱਕ ਦੇ ਵਿੱਚ ਇੱਦਾਂ ਹੁੰਦਾ ਹੈ ਕਿ ਜਿਹੜੇ ਵੀ ਆਪਣੇ ਡੈਟਰਸ ਹੁੰਦੇ ਆ ਉਹਨਾਂ ਤੋਂ ਜਿਵੇਂ ਆਪਾਂ ਨੂੰ ਬਿਲ ਰਿਸੀਵ ਹੁੰਦੇ ਜਾਂਦੇ ਆ ਆਪਾਂ ਉਹ ਬਿਲ ਰਿਸੀਵੇਬਲ ਬੁੱਕ 'ਚ ਨੋਟ ਕਰਦੇ ਜਾਂਦੇ ਹਾਂ। ਅਤੇ ਇਹਦੇ ਵਿੱਚ ਜਿਹੜੀਆਂ ਬਿਲ ਰਿਸੀਵ ਹੁੰਦੇ ਆਪਾਂ ਉਹਦੀਆਂ ਡਿਟੇਲਸ ਨੂੰ ਇੱਕ ਰਿਕਾਰਡ ਕਰ ਲੈਂਦੇ ਹਾਂ। ਇਹਦੇ ਵਿੱਚ ਇਹ ਹੁੰਦਾ ਕਿ ਜਿਹੜੇ ਵੀ ਪਰਸਨ ਦਾ ਜਿਹੜਾ ਆਪਣੇ ਕੋਲ ਅਕਾਊਂਟ ਬਣਿਆ ਹੁੰਦਾ ਉਹਦੇ ਬਿੱਲ ਜਦੋਂ ਆਪਾਂ ਨੂੰ ਰਿਸੀਵ ਹੁੰਦੇ ਜਾਂਦੇ ਆ ਆਪਾਂ ਉਹ ਅਮਾਊਂਟ ਨਾਲ ਉਹਦਾ ਜਿਹੜਾ ਅਕਾਊਂਟ ਹੈ ਉਹ ਕ੍ਰੈਡਿਟ ਕਰਦੇ ਜਾਂਦੇ ਹਾਂ। ਫਿਰ ਜਦੋਂ ਉਹਦਾ ਐਂਡ 'ਤੇ ਆ ਕੇ ਇੱਕ ਪੀਰੀਓਡੀਕਲ ਜਿਹੜਾ ਟੋਟਲ ਬਣ ਜਾਂਦਾ ਫਿਰ ਉਹ ਵਾਲਾ ਆਪਾਂ ਡੈਬਿਟ ਕਰ ਦਿੰਦੇ ਹਾਂ ਬਿਲ ਰਿਸੀਵੇਬਲ ਅਕਾਊਂਟ ਦੇ ਵਿੱਚ। ਇਹ ਹੈ ਆਪਣਾ ਫਾਰਮੈਟ ਬਿਲ ਰਿਸੀਵੇਬਲ ਬੁੱਕ ਦਾ। ਡੇਟ, ਫਰੋਮ ਹੂਮ ਰਿਸੀਵਡ, ਮਤਲਬ ਜਿਹਦੇ ਤੋਂ ਆਪਾਂ ਨੂੰ ਬੀਆਰ ਰਿਸੀਵ ਹੋਇਆ, ਕਿੰਨੇ ਟਾਈਮ ਲਈ ਮਤਲਬ ਟਰਮ, ਡਿਊ ਡੇਟ ਕਦੋਂ ਤੱਕ ਹੈ, ਲੈਜ਼ਰ ਫੋਲੀਓ ਅਤੇ ਅਮਾਊਂਟ। ਨੈਕਸਟ ਆਉਂਦੀ ਹੈ ਬਿਲਸ ਪੇਬਲ ਬੁੱਕ। ਬਿਲਸ ਪੇਬਲ ਬੁੱਕ ਉਹ ਬੁੱਕ ਹੁੰਦੀ ਹੈ ਜਿਹੜੀ ਕਿ ਅਸੈਪਟ ਕੀਤੀ ਜਾਂਦੀ ਹੈ ਆਪਣੇ ਦੁਆਰਾ, ਮਤਲਬ ਕਿ ਜਿਹੜਾ ਆਪਾਂ ਬਿੱਲ ਹੈਗਾ ਉਹ ਆਪਾਂ ਅਸੈਪਟ ਕਰਾਂਗੇ। ਜਦੋਂ ਇਹ ਬਿੱਲ ਡਰੋਨ ਕਰ ਲੈਂਦਾ ਕ੍ਰੈਡੀਟਰ, ਅਸੈਪਟ ਕੀਤਾ ਹੋਇਆ ਜਿਹੜਾ ਡਰੋਨ ਹੋ ਜਾਂਦਾ ਉਹਦੇ ਵਿੱਚ ਕੀ ਹੈ ਫਿਰ ਉਹ ਬੁੱਕ ਦੇ ਵਿੱਚ ਇਹਨੂੰ ਰਿਕਾਰਡ ਕਰ ਲੈਂਦੇ ਆ। ਇਹਦੇ ਵਿੱਚ ਹੁੰਦਾ ਜਿਹੜਾ ਅਕਾਊਂਟ ਬਣਿਆ ਹੁੰਦਾ ਉਸ ਪਰਸਨ ਦਾ, ਜਿਹੜਾ ਲੈਜਰ ਅਕਾਊਂਟ ਬਣਿਆ ਹੁੰਦਾ ਜਿਵੇਂ ਉਹ ਬਿੱਲ ਹੈ ਜਿਹੜੇ ਕਲੀਅਰ ਹੁੰਦੇ ਜਾਂਦੇ ਆ ਉਵੇਂ ਉਵੇਂ ਉਸ ਅਮਾਊਂਟ ਨਾਲ ਉਹ ਅਕਾਊਂਟ ਨੂੰ ਡੈਬਿਟ ਕਰਦੇ ਜਾਂਦੇ ਆ। ਫਿਰ ਜਦੋਂ ਟੋਟਲ ਬਣ ਜਾਂਦਾ ਉਹ ਫਿਰ ਇੱਕ ਜਿਹੜੀ ਪਰਟੀਕੂਲਰ ਅਮਾਊਂਟ ਆ ਜਾਂਦੀ ਹੈ ਉਸ ਅਮਾਊਂਟ ਨਾਲ ਜਿਹੜਾ ਬਿਲ ਪੇਬਲਸ ਅਕਾਊਂਟ ਹੈ ਉਹਨੂੰ ਕ੍ਰੈਡਿਟ ਕਰ ਦਿੰਦੇ ਆ। ਇਹ ਹੈ ਫਾਰਮੈਟ ਆਫ ਬਿਲਸ ਪੇਬਲ ਬੁੱਕ, ਜਿਹਦੇ ਵਿੱਚ ਡੇਟ, ਟੂ ਹੂਮ ਗਿਵਨ, ਕਿਹਨੂੰ ਆਪਾਂ ਬਣਾ ਕੇ ਦਿੱਤਾ ਬਿਲਸ ਪੇਬਲ, ਟਰਮ ਕਿੰਨੇ ਪੀਰੀਅਡ ਲਈ, ਡਿਊ ਡੇਟ ਕਿੰਨੇ ਟਾਈਮ ਤੱਕ ਹੈ, ਲੈਜਰ ਫੋਲੀਓ ਅਤੇ ਅਮਾਊਂਟ। ਫਿਰ ਆਪਣੀ ਆਉਂਦੀ ਹੈ ਕੈਸ਼ ਬੁੱਕ।
ਕੈਸ਼ ਬੁੱਕ ਦੇ ਵਿੱਚ ਸਿਰਫ ਆਪਾਂ ਕੈਸ਼ ਦੇ ਰਿਲੇਟਡ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰਦੇ ਹਾਂ, ਇਸੇ ਕਰਕੇ ਇੱਕ ਸੈਪਰੇਟ ਬੁੱਕ ਪ੍ਰਿਪੇਅਰ ਕੀਤੀ ਜਾਂਦੀ ਹੈ, ਇਹਨੂੰ ਕੈਸ਼ ਬੁੱਕ ਕਿਹਾ ਜਾਂਦਾ ਹੈ, ਜਿਹਦੇ ਵਿੱਚ ਕੈਸ਼ ਦੇ ਰਿਲੇਟਡ ਟ੍ਰਾਂਜੈਕਸ਼ਨਸ ਆਉਂਦੀਆਂ ਹੈਗੀਆਂ ਅਤੇ ਆਪਾਂ ਨੂੰ ਜ਼ਰੂਰੀ ਨਹੀਂ ਹੁੰਦਾ ਕਿ ਕੈਸ਼ ਅਕਾਊਂਟ ਵੀ ਬਣਾਉਣਾ ਪਵੇ। ਮੇਨਲੀ ਇਹ 4 ਟਾਈਪਸ ਦੇ ਬਣਦੇ ਹੈਗੇ ਆ, ਸਿੰਪਲ ਕੈਸ਼ ਬੁੱਕ, ਡਬਲ ਕਾਲਮ ਕੈਸ਼ ਬੁੱਕ, ਟ੍ਰਿਪਲ ਕਾਲਮ ਕੈਸ਼ ਬੁੱਕ ਅਤੇ ਪੈਟੀ ਕੈਸ਼ ਬੁੱਕ। ਫਸਟ ਹੈ ਸਿੰਪਲ ਕੈਸ਼ ਬੁੱਕ। ਸਿੰਪਲ ਕੈਸ਼ ਬੁੱਕ ਕੁਛ ਨਹੀਂ, ਇੱਕ ਸਿੰਪਲ ਲੈਜਰ ਵਾਂਗੂ ਇੱਕ ਕੈਸ਼ ਅਕਾਊਂਟ ਤਿਆਰ ਹੋ ਜਾਂਦਾ, ਜਿਸ ਦੇ ਵਿੱਚ ਜਦੋਂ ਆਪਾਂ ਕੈਸ਼ ਰਿਸੀਵ ਕਰ ਰਹੇ ਹਾਂ ਉਹਦਾ ਆਪਾਂ ਕਾਲਮ ਡੈਬਿਟ ਕਰ ਦਿੰਦੇ ਹਾਂ, ਜਿਸ ਤੋਂ ਆਪਾਂ ਕੈਸ਼ ਆਪਾਂ ਜਿਹਨੂੰ ਪੇ ਕਰ ਰਹੇ ਹਾਂ ਉਹਨੂੰ ਆਪਾਂ ਕ੍ਰੈਡਿਟ ਕਰ ਦਿੰਦੇ ਹਾਂ, ਫਿਰ ਐਂਡ 'ਤੇ ਇਸ ਨੂੰ ਕਲੋਜ਼ ਕਰ ਦਿੱਤਾ ਜਾਂਦਾ ਹੈ। ਇਹ ਹੈ ਸਿੰਪਲ ਕੈਸ਼ ਬੁੱਕ ਦਾ ਫਾਰਮੈਟ। ਡੈਬਿਟ ਸਾਈਡ, ਕ੍ਰੈਡਿਟ ਸਾਈਡ, ਡੇਟ ਪਰਟੀਕੂਲਰ ਲੈਜਰ ਫੋਲੀਓ ਅਮਾਊਂਟ ਸੇਮ ਕ੍ਰੈਡਿਟ ਸਾਈਡ 'ਤੇ ਹੈ। ਫਿਰ ਆਉਂਦੀ ਹੈ ਡਬਲ ਕਾਲਮ ਕੈਸ਼ ਬੁੱਕ। ਡਬਲ ਕਾਲਮ ਕੈਸ਼ ਬੁੱਕ ਦੇ ਵਿੱਚ ਕੀ ਹੈ, ਇੱਕ ਕੈਸ਼ ਦਾ ਕਾਲਮ ਅਤੇ ਇੱਕ ਡਿਸਕਾਊਂਟ ਦਾ ਕਾਲਮ ਬਣ ਜਾਂਦਾ ਹੈ। ਇਹਦੇ ਵਿੱਚ ਕੀ ਹੈਗਾ, 2 ਅਕਾਊਂਟਸ ਕ੍ਰੀਏਟ ਹੋ ਜਾਂਦੇ ਆ। ਇਹਦੇ ਵਿੱਚ ਆਪਾਂ ਜਿਹੜਾ ਵੀ ਡਿਸਕਾਊਂਟ ਅਲਾਓ ਕਰਾਂਗੇ ਆਪਣੇ ਕਸਟਮਰਸ ਨੂੰ ਉਹ ਆਪਣਾ ਲੋਸ ਹੁੰਦਾ। ਇਹ ਆਉਂਦਾ ਹੈ ਡਬਲ ਕਾਲਮ ਕੈਸ਼ ਬੁੱਕ ਦਾ ਫਾਰਮੈਟ, ਡੈਬਿਟ ਸਾਈਡ ਅਤੇ ਕ੍ਰੈਡਿਟ ਸਾਈਡ ਦਾ, ਡੇਟ ਪਰਟੀਕੂਲਰ ਲੈਜਰ ਫੋਲੀਓ ਡਿਸਕਾਊਂਟ ਅਮਾਊਂਟ ਸੇਮ ਔਨ ਦਾ ਕ੍ਰੈਡਿਟ ਸਾਈਡ। ਫਿਰ ਆਉਂਦੀ ਹੈ ਟ੍ਰਿਪਲ ਕਾਲਮ ਕੈਸ਼ ਬੁੱਕ। ਟ੍ਰਿਪਲ ਕਾਲਮ ਕੈਸ਼ ਬੁੱਕ ਦੇ ਵਿੱਚ 3 ਆ ਜਾਂਦੇ ਆ, ਕੈਸ਼, ਡਿਸਕਾਊਂਟ ਅਤੇ ਬੈਂਕ ਕਾਲਮ, ਕਿਉਂਕਿ ਜ਼ਿਆਦਾਤਰ ਜਿਹੜੀਆਂ ਬਿਜ਼ਨਸ ਹੁੰਦੀਆਂ ਹੈਗੇ, ਬਿਜ਼ਨਸ ਫਰਮਸ ਹੁੰਦੀਆਂ ਉਹ ਜਿਹੜੀਆਂ ਪੇਮੈਂਟ ਵਗੈਰਾ ਕਰਦੀਆਂ ਹੈਗੀਆਂ ਜਾਂ ਰਿਸੀਵ ਕਰਦੀਆਂ ਹੈਗੀਆਂ ਉਹ ਸਾਰੇ ਚੈੱਕ ਵਗੈਰਾ ਵਿੱਚ ਜ਼ਿਆਦਾਤਰ ਕਰਦੀਆਂ, ਇਸ ਕਰਕੇ ਇੱਕ ਬੈਂਕ ਦਾ ਕਾਲਮ ਵੀ ਐਡ ਕਰ ਦਿੱਤਾ ਜਾਂਦਾ। ਜਿਵੇਂ ਕਿ ਆਹ ਕੀ ਫਾਰਮੈਟ ਆ ਤੁਹਾਡੇ ਸਾਹਮਣੇ, ਡੇਟ ਪਰਟੀਕੂਲਰ ਲੈਜਰ ਫੋਲੀਓ ਡਿਸਕਾਊਂਟ ਅਮਾਊਂਟ ਬੈਂਕ, ਇੱਦਾਂ ਹੀ ਸੇਮ ਕ੍ਰੈਡਿਟ ਸਾਈਡ 'ਤੇ ਹੈ। ਫਿਰ ਆਪਣਾ ਆਉਂਦਾ ਪੈਟੀ ਕੈਸ਼ ਬੁੱਕ। ਪੈਟੀ ਕੈਸ਼ ਬੁੱਕ ਉਹ ਕੈਸ਼ ਬੁੱਕ ਹੁੰਦੀ ਹੈ ਜਿਸ ਦੇ ਵਿੱਚ ਆਪਾਂ ਸਮਾਲ ਅਮਾਊਂਟ ਦੇ ਆਪਣੇ ਐਕਸਪੈਂਸਿਸ ਰਿਕਾਰਡ ਕਰਦੇ ਹੈਗੇ ਕੈਸ਼ ਦੇ ਰਿਲੇਟਡ, ਜਿਹੜੇ ਕਿ ਡੇਲੀ ਟੂ ਡੇਲੀ ਐਕਸਪੈਂਸਿਸ ਹੁੰਦੇ ਆਪਣੇ ਬਿਜ਼ਨਸ ਦੇ, ਜਿਵੇਂ ਸਟੇਸ਼ਨਰੀ ਹੋ ਗਈ, ਕਲੀਨਿੰਗ ਚਾਰਜਿਸ ਹੋ ਗਏ, ਪੋਸਟੇਜ ਹੋ ਗਿਆ। ਇਹ ਆਪਣਾ ਫਾਰਮੈਟ ਹੈ ਪੈਟੀ ਕੈਸ਼ ਬੁੱਕ ਦਾ, ਡੇਟ ਪਰਟੀਕੂਲਰਸ ਅਮਾਊਂਟ, ਡੇਟ ਪਰਟੀਕੂਲਰਸ ਅਮਾਊਂਟ। ਲਾਸਟ ਆਪਣਾ ਆਉਂਦਾ ਜਰਨਲ ਪ੍ਰੋਪਰ। ਜਰਨਲ ਪ੍ਰੋਪਰ ਉਹ ਬੁੱਕ ਬਣ ਜਾਂਦੀ ਹੈ ਜਿਹਦੇ ਵਿੱਚ ਮਿਸਲੇਨੀਅਸ ਕ੍ਰੈਡਿਟ ਟ੍ਰਾਂਜੈਕਸ਼ਨਸ ਨੂੰ ਆਪਾਂ ਰਿਕਾਰਡ ਕਰਦੇ ਹਾਂ, ਮਤਲਬ ਕਿ ਜਿਹੜੀ ਆਪਾਂ ਉੱਪਰ ਬੁੱਕਸ ਪੜ੍ਹ ਕੇ ਆਏ ਹੈਗੇ ਆ ਉਹਨਾਂ ਦੇ ਵਿੱਚ ਜਿਹੜੀ ਐਂਟਰੀ ਨਹੀਂ ਰਿਕਾਰਡ ਕੀਤੀ ਗਈ ਹੈਗੀ ਉਹਨੂੰ ਆਪਾਂ ਜਰਨਲ ਪ੍ਰੋਪਰ ਦੇ ਵਿੱਚ ਰਿਕਾਰਡ ਕਰ ਦਿੰਦੇ ਹਾਂ। ਜਿਵੇਂ ਇੰਟਰਸਟ ਦੇ ਰਿਲੇਟਡ ਹੋ ਗਿਆ, ਡੈਪਰੀਸੀਏਸ਼ਨ ਦੇ ਰਿਲੇਟਡ ਹੋ ਗਿਆ, ਜਿਹੜੀ ਟ੍ਰਾਂਜੈਕਸ਼ਨਸ ਕਿਸੇ ਵੀ ਬੁੱਕ ਦੇ ਵਿੱਚ ਨਹੀਂ ਰਿਕਾਰਡ ਕੀਤੀਆਂ ਜਾਂਦੀਆਂ ਉਹਨੂੰ ਆਪਾਂ ਜਰਨਲ ਪ੍ਰੋਪਰ ਦੇ ਵਿੱਚ ਰਿਕਾਰਡ ਕਰਦੇ ਹਾਂ, ਤਾਂ ਕਰਕੇ ਇਹਨੂੰ ਮਿਸਲੇਨੀਅਸ ਕ੍ਰੈਡਿਟ ਟ੍ਰਾਂਜੈਕਸ਼ਨਸ ਦੀ ਬੁੱਕ ਵੀ ਕਿਹਾ ਜਾਂਦਾ। ਇਹ ਹੈ ਫਾਰਮੈਟ ਜਰਨਲ ਪ੍ਰੋਪਰ ਬੁੱਕ ਦਾ, ਡੇਟ ਪਰਟੀਕੂਲਰ ਲੈਜਰ ਫੋਲੀਓ, ਡੈਬਿਟ ਅਮਾਊਂਟ ਅਤੇ ਕ੍ਰੈਡਿਟ ਅਮਾਊਂਟ। ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਗੀ। ਅਗਰ ਵਧੀਆ ਲੱਗੇ ਤਾਂ ਪਲੀਜ਼ ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ ਐਂਡ ਸਟੇ ਟਿਊਨਡ ਫॉर more videos।